Students, how are you? Welcome to your botany lecture. Beta, we were reading Cycus. In that, today we will read fertilization. Fertilization means fusion of sperms and egg cell and formation of zygote. In Cycus, fertilization is of two types: siphonogamous type and eudiogamous type. Siphonogamous मतलब कि sperms are carried through pollen tube, as we have already seen, and eudiogamous means sperms are motile, ciliated, and they reach to the egg. यूडायोगेमस ਜਿਹੜਾ ਦੇਖੀ ਗਈ ਹੈ ਸਾਈਕਸ ਦੇ ਵਿੱਚ, ਉਹ ਆਈਕੈਨੋ ਜੈਪਨੀਜ਼ ਸਾਇੰਟਿਸਟ ਨੇ ਦੇਖੀ ਸੀ 1896 ਦੇ ਵਿੱਚ। ਹੁਣ ਜਿਹੜਾ ਇਹ ਸੀਲੀਏਟਿਡ ਸਪਰਮਸ ਦੇਖੇ ਗਏ ਆ ਸਾਈਕਸ ਦੇ ਵਿੱਚ, ਇਹ ਵੈਸੇ ਤਾਂ ਲੋਅਰ ਪਲਾਂਟਸ ਦੇ ਕਰੈਕਟਰਿਸਟਿਕਸ ਆ, ਐਲਗੇ, ਫੰਜਾਈ, ਟੈਰੀਡੋਫਾਈਟਸ ਵਗੈਰਾ 'ਚ, ਪਰ ਸਾਈਕਸ ਦੇ ਵਿੱਚ ਇਹਨਾਂ ਦਾ ਹੋਣਾ ਮੋਰਫੋਲੋਜੀਕਲੀ ਇੰਪੋਰਟੈਂਟ ਜਾਂ ਸਿਗਨੀਫਿਕੈਂਟ ਆ, ਕਿਉਂਕਿ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਸਾਈਕਸ ਹੈਜ਼ ਇਕੁਐਟਿਕਸ ਐਨਸੈਸਟਰਸ। ਅਗਰ ਹੁਣ ਅਸੀਂ ਡਾਇਗਰਾਮ ਦੇਖੀਏ ਕਿ ਆਹ ਆਪਾਂ ਓਵਿਊਲ ਦਾ ਡਾਇਗਰਾਮ, ਉੱਪਰ ਮਾਈਕਰੋਪਾਈਲ, ਪੋਲਨ ਚੈਂਬਰ, ਓਵਿਊਲ, ਆਰਕੇਗੋਨੀਆ, ਐਗ ਸੈਲ, ਪੂਰੇ ਆਰਕੇਗੋਨੀਆ ਅਤੇ ਇਹਦੇ ਵਿੱਚ ਐਗ ਸੈਲ ਹੁੰਦਾ ਆ। ਤਾਂ ਪੋਲਨ ਚੈਂਬਰ ਤੋਂ ਆ ਜਿਹੜੀ ਪੋਲਨ ਟਿਊਬ ਬਣਦੀ ਆ, ਇਹਦੇ ਵਿੱਚ ਦੋ ਸਪਰਮਸ, ਪ੍ਰੋਥੈਲੀਅਲ ਸੈਲਸ, ਜਨਰੇਟਿਵ ਸੈਲਸ, ਆਪਾਂ ਪਿੱਛੇ ਇਹਦਾ ਡਿਵਲਪਮੈਂਟ ਪੜ੍ਹਿਆ ਆ। ਤਾਂ ਇਹ ਜਿਹੜੀ ਪੋਲਨ ਟਿਊਬ ਸਾਈਜ਼ 'ਚ ਇਨਲਾਰਜ ਹੁੰਦੀ ਆ ਅਤੇ ਇਹ ਪਹੁੰਚਦੀ ਆ ਆਰਕੇਗੋਨੀਆ ਤੱਕ। ਹੁਣ ਕੀ ਹੋਣਾ ਆ, ਇਹ ਜਿਹੜੀ ਪੋਲਨ ਟਿਊਬ ਦੀ ਟਿਪ ਆ, ਇਹਦੇ ਵਿੱਚ ਇੱਥੇ ਟਿਪ 'ਤੇ ਹਾਈ ਸ਼ੂਗਰ ਕੰਸਨਟ੍ਰੇਸ਼ਨ ਹੋਣਾ ਆ। ਜਿੱਦਾਂ ਹੀ ਇਹਨੇ ਆਰਕੇਗੋਨੀਆ ਦੀ ਨੈਕ 'ਤੇ ਜਾਂ ਟਿਪ 'ਤੇ ਟੱਚ ਕਰਨਾ ਆ, ਤਾਂ ਇੱਥੇ ਆਸਮੋਟਿਕ ਕੰਸਨਟ੍ਰੇਸ਼ਨ ਚੇਂਜ ਹੋਣਾ ਆ, ਜਿਹਦੇ ਕਾਰਨ ਜਿਹੜਾ ਕਹਿ ਲਓ ਪੋਲਨ ਟਿਊਬ ਦੀ ਟਿਪ ਬਰਸਟ ਕਰਨੀ ਆ, ਅਤੇ ਉਹ ਬਰਸਟ ਕਰਕੇ ਆਰਕੇਗੋਨੀਆ ਦਾ ਫਲੂਇਡ ਵੀ ਇੰਨਾ ਅੰਦਰੋਂ ਕੰਸਨਟ੍ਰੇਟਡ ਨਿਕਲਣਾ ਹੈ ਕਿ ਉਹਨੇ ਆਰਕੇਗੋਨੀਆ ਦੀ ਟਿਪ ਵੀ ਬਰਸਟ ਕਰ ਦੇਣੀ ਆ। ਅਤੇ ਇਹ ਸਾਰਾ ਜਿਹੜਾ ਫਲੂਇਡ ਔਰ ਜਿਹੜੇ ਉੱਪਰ ਸਪਰਮਸ ਬਣੇ, ਇਹਨਾਂ ਨੇ ਮੂਵ ਕਰ ਜਾਣਾ ਟੂ ਦਾ ਆਰਕੇਗੋਨੀਆ, ਇਨਸਾਈਡ ਦਾ ਆਰਕੇਗੋਨੀਆ। ਇਹ ਜਿਹੜੇ ਐਗ ਸੈੱਲ ਆ, ਇਹਨੇ ਕੋਈ ਕੈਮੀਕਲ ਸਿਕਰੀਟ ਕਰਨਾ ਆ, ਉਸ ਕੈਮੀਕਲ ਨੇ ਇਸ ਸਪਰਮਸ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਨਾ ਆ, ਅਤੇ ਜਾ ਕੇ ਸਪਰਮ ਜਾਂ ਐਂਥੀਰੋਜ਼ੋਇਡ ਦਾ ਫਿਊਜ਼ਨ ਹੋ ਜਾਣਾ ਆ ਵਿਦ ਐਗ ਸੈੱਲ। ਫਿਊਜ਼ਨ ਹੋ ਗਿਆ, ਫਰਟੀਲਾਈਜੇਸ਼ਨ ਹੋ ਗਿਆ, ਅਤੇ ਕੀ ਬਣ ਗਿਆ? ਜ਼ਾਈਗੋਟ। ਆਹ ਜ਼ਾਈਗੋਟ ਬਣ ਗਿਆ। ਆਹ ਡਾਇਗਰਾਮ 'ਚ ਦਿਖ ਰਿਹਾ ਹੈ ਕਿ ਆਹ ਜਿਹੜੇ ਸਪਰਮਸ ਆਣੇ ਆ, ਇੱਥੇ ਫਿਊਜ਼ਨ ਹੋ ਗਿਆ, ਫਰਟੀਲਾਈਜੇਸ਼ਨ ਹੋ ਗਿਆ, ਜ਼ਾਈਗੋਟ ਬਣ ਗਿਆ। ਹੁਣ ਜ਼ਾਈਗੋਟ ਦਾ ਸਾਈਜ਼ ਥੋੜ੍ਹਾ ਜਿਹਾ ਵੱਡਾ ਹੁੰਦਾ ਆ, ਅਤੇ ਇਹਦੇ ਵਿੱਚ ਨਿਊਕਲੀਅਸ ਵੀ ਵੱਡਾ ਹੁੰਦਾ ਆ। ਔਰ ਫਿਰ ਜ਼ਾਈਗੋਟ ਆਪਾਂ ਹਮੇਸ਼ਾ ਪੜ੍ਹਿਆ ਆ ਕਿ ਇਜ਼ ਦਾ ਫਸਟ ਸੈਲ ਆਫ ਦਾ ਸਪੋਰੋਫਿਟਿਕ ਜਨਰੇਸ਼ਨ। ਮਤਲਬ ਜ਼ਾਈਗੋਟ ਤੋਂ ਕੀ ਬਣਨਾ ਆ? ਸਪੋਰੋਫਾਈਟ। ਤਾਂ ਅਸੀਂ ਹੁਣ ਜਰਮੀਨੇਸ਼ਨ ਆਫ ਜ਼ਾਈਗੋਟ ਜਿਹੜਾ ਪੜ੍ਹਦੇ ਹਾਂ। ਜਰਮੀਨੇਸ਼ਨ ਆਫ ਜ਼ਾਈਗੋਟ ਜਿਹੜਾ ਆ, ਜ਼ਾਈਗੋਟ ਤੋਂ ਬਣਨਾ ਕੀ ਆ? ਐਮਬਰੀਓ। ਤਾਂ ਅਸੀਂ ਕਹਿ ਸਕਦੇ ਹਾਂ ਡਿਵਲਪਮੈਂਟ ਆਫ ਐਮਬਰੀਓ ਜਿਹੜਾ ਆ ਉਹ ਮੀਰੋਬਲਾਸਟਿਕ ਹੁੰਦਾ ਆ। ਮੀਰੋਬਲਾਸਟਿਕ ਦਾ ਮਤਲਬ ਹੁੰਦਾ ਆ ਕਿ ਪੂਰਾ ਜ਼ਾਈਗੋਟ ਜਿਹੜਾ ਆ ਉਹ ਹਿੱਸਾ ਨਹੀਂ ਲੈਂਦਾ ਹੈਗਾ ਇਨ ਦਾ ਡਿਵਲਪਮੈਂਟ ਆਫ ਦਾ ਐਮਬਰੀਓ। ਕੁਛ ਪਾਰਟ ਉਹਦਾ ਜਿਹੜਾ ਆ ਉਹੀ ਰੋਲ ਪਲੇ ਕਰਦਾ ਇਨ ਦਾ ਡਿਵਲਪਮੈਂਟ ਆਫ ਦਾ ਐਮਬਰੀਓ। ਹੁਣ ਜ਼ਾਈਗੋਟ ਜਿਹੜਾ ਆ ਉਹ ਕੋਈ ਰੈਸਟਿੰਗ ਪੀਰੀਅਡ ਨਹੀਂ ਹੁੰਦਾ ਹੈਗਾ, ਡਾਇਰੈਕਟ ਉਹਦਾ ਜਰਮੀਨੇਸ਼ਨ ਜਿਹੜਾ ਆ ਸਟਾਰਟ ਹੋ ਜਾਂਦਾ ਆ। ਔਰ ਇਹਦਾ ਜਰਮੀਨੇਸ਼ਨ ਜ਼ਾਈਗੋਟ ਦਾ ਇਨਸਾਈਡ ਦਾ ਓਵਿਊਲ ਹੀ ਹੁੰਦਾ ਆ। ਇਨ ਸੀਟੂ ਜਰਮੀਨੇਸ਼ਨ ਆਫ ਜ਼ਾਈਗੋਟ ਸਟਾਰਟ ਹੁੰਦਾ ਆ, ਕੋਈ ਰੈਸਟਿੰਗ ਪੀਰੀਅਡ ਨਹੀਂ ਹੁੰਦਾ ਹੈਗਾ, ਅਤੇ ਜ਼ਾਈਗੋਟ ਤੋਂ ਕੀ ਬਣਦਾ ਆ? ਐਮਬਰੀਓ। ਹੁਣ ਐਮਬਰੀਓ ਦਾ ਜਿਹੜਾ ਡਿਵਲਪਮੈਂਟ ਆ ਉਹ ਮੀਰੋਬਲਾਸਟਿਕ ਹੁੰਦਾ ਆ। ਮੀਰੋਬਲਾਸਟਿਕ ਦਾ ਮਤਲਬ ਕਿ ਪੂਰਾ ਜ਼ਾਈਗੋਟ ਜਿਹੜਾ ਆ ਉਹ ਹਿੱਸਾ ਨਹੀਂ ਲੈਂਦਾ ਹੈਗਾ ਇਨ ਦਾ ਡਿਵਲਪਮੈਂਟ ਆਫ ਐਮਬਰੀਓ। ਠੀਕ ਹੈ, ਪੂਰਾ ਜ਼ਾਈਗੋਟ ਨਹੀਂ ਲੈਂਦਾ ਹੈਗਾ। ਹੁਣ ਅਗਰ ਅਸੀਂ ਡਿਵਲਪਮੈਂਟ ਆਫ ਐਮਬਰੀਓ ਦੇਖੀਏ
ਤਾਂ ਜ਼ਾਈਗੋਟ ਸਭ ਤੋਂ ਪਹਿਲਾਂ ਜ਼ਾਈਗੋਟ ਬਣਿਆ ਸੀ। ਜ਼ਾਈਗੋਟ ਦਾ ਸਾਈਜ਼ ਥੋੜ੍ਹਾ ਥੋੜ੍ਹਾ ਇਨਕਰੀਜ਼ ਹੁੰਦਾ ਆ, ਅਪ ਟੂ ਕਹਿ ਲਓ 2 to 3 ਮੀਟਰ ਲੈਂਥ ਦੇ ਵਿੱਚ ਹੋ ਜਾਂਦਾ ਆ। ਜਿੰਨਾ ਵੀ ਜ਼ਾਈਗੋਟ ਦੇ ਵਿੱਚ ਸਾਈਟੋਪਲਾਜ਼ਮ ਭਰਿਆ ਹੁੰਦਾ ਉਹ ਡੈਂਸ ਹੋ ਜਾਂਦਾ ਆ ਅਤੇ ਡੈਵਲਪ ਬਹੁਤ ਸਾਰੇ ਇਹਦੇ ਵਿੱਚ ਛੋਟੇ ਛੋਟੇ ਵੈਕਿਊਲਸ ਬਣ ਜਾਂਦੇ। ਤਾਂ ਤੁਸੀਂ ਦੇਖੋ ਜ਼ਾਈਗੋਟ ਸਾਈਜ਼ ਥੋੜ੍ਹਾ ਥੋੜ੍ਹਾ ਇਨਕਰੀਜ਼ ਹੋਈ ਜਾ ਰਿਹਾ। ਦੇਖੋ ਆ ਇੱਥੇ ਵੈਕਿਊਲਸ ਆ ਅਤੇ ਥੱਲੇ ਆਹ ਨਿਊਕਲੀਅਸ ਆ। ਹੁਣ ਇਹਦੇ ਵਿੱਚ ਲਾਰਜ ਡਿਪਲੋਇਡ ਨਿਊਕਲੀਅਸ ਅਸੀਂ ਪਿੱਛੇ ਪੜ੍ਹ ਹੀ ਚੁੱਕੇ ਹਾਂ। ਇਹਦੇ ਸਾਈਜ਼ ਜਿਹੜਾ ਨਿਊਕਲੀਅਸ ਦਾ 0.8 to 1 ਮਿਲੀਮੀਟਰ ਇਨ ਡਾਇਆਮੀਟਰ ਵੀ ਹੋ ਸਕਦਾ ਆ। ਆਹ ਜਿਹੜਾ ਨਿਊਕਲੀਅਸ ਇਹਦੇ ਵਿੱਚ ਪ੍ਰੈਜ਼ੈਂਟ ਆ। ਜਿਹੜਾ ਡਿਪਲੋਇਡ ਨਿਊਕਲੀਅਸ ਆ ਜ਼ਾਈਗੋਟ ਦਾ, ਇਹ ਬੇਸ ਵੱਲ ਨੂੰ ਮੂਵ ਕਰ ਜਾਣਾ। ਦੇਖੋ ਆਹ ਬੇਸ ਵੱਲ ਨੂੰ ਮੂਵ ਕੀਤਾ, ਆਹ ਹੋਰ ਬੇਸ 'ਤੇ ਆ ਗਿਆ ਆ ਅਤੇ ਇਹਨੇ ਡਿਵਾਈਡ ਹੋਣਾ ਆ ਬਾਈ ਫ੍ਰੀ ਨਿਊਕਲੀਅਰ ਡਿਵੀਜ਼ਨ ਟੂ ਫੋਰਮ about 200 to 300 ਫ੍ਰੀ ਨਿਊਕਲੀਆਈ। ਮਤਲਬ ਇੱਕ ਡਿਪਲੋਇਡ ਨਿਊਕਲੀਅਸ ਨੇ ਫ੍ਰੀ ਨਿਊਕਲੀਅਰ ਡਿਵੀਜ਼ਨ ਕਰਕੇ 200-300 ਫ੍ਰੀ ਨਿਊਕਲੀਆਈ ਜਿਹੜੇ ਉਹ ਫੋਰਮ ਕਰਨੇ ਆ। ਤਾਂ ਦੇਖੋ ਆ ਫ੍ਰੀ ਨਿਊਕਲੀਅਰ ਡਿਵੀਜ਼ਨ ਹੋ ਰਹੀ ਆ, ਆ ਬਹੁਤ ਸਾਰੇ ਫ੍ਰੀ ਨਿਊਕਲੀਆਈ ਬਣ ਜਾਣੇ ਆ। ਸੈਂਟਰ ਦੇ ਵਿੱਚ ਹੁਣ ਵੈਕਿਊਲ ਡਿਵੈਲਪ ਹੋ ਜਾਣਾ ਆ। ਤਾਂ ਇਹ ਸਾਰੇ ਜਿਹੜੇ ਨਿਊਕਲੀਆਈ ਆ ਖਿਸਕ ਜਾਣੇ ਆ ਟੂਵਰਡਸ ਦਾ ਪੈਰੀਫਰੀ। ਮਾਈਕਰੋਪਾਈਲ ਵੱਲ ਨੂੰ ਨਿਊਕਲੀਆਈ ਜਿਹੜੇ ਆ ਘੱਟ ਹੁੰਦੇ ਆ, ਚੈਲੇਂਜਰ ਐਂਡ ਵੱਲ ਨੂੰ ਨਿਊਕਲੀਆਈ ਜਿਹੜੇ ਆ ਉਹ ਜ਼ਿਆਦਾ ਹੁੰਦੇ ਆ ਇਹਦੇ ਵਿੱਚ। ਤਾਂ ਆਹ ਦੇਖੋ ਮਾਈਕਰੋਪਾਈਲ ਵੱਲ ਘੱਟ, ਸਾਰੇ ਪੈਰੀਫਰੀ ਵੱਲ ਮੂਵ ਕਰ ਗਏ। ਮਾਈਕਰੋਪਾਈਲ ਵੱਲ ਘੱਟ ਨਿਊਕਲੀਆਈ ਆ ਅਤੇ ਚੈਲੇਂਜਰ ਵੱਲ ਜ਼ਿਆਦਾ ਨਿਊਕਲੀਆਈ ਹੁੰਦੇ ਆ। ਹੌਲੀ ਹੌਲੀ ਕੀ ਹੋਣਾ ਆ, ਜਿਹੜਾ ਸਾਈਟੋਪਲਾਜ਼ਮ ਦਾ ਸੈਂਟਰਲ ਪੋਰਸ਼ਨ ਆ ਅਤੇ ਨਿਊਕਲੀਆਈ ਆ ਉੱਥੇ, ਉਹ ਡਿਸਆਰਗੇਨਾਈਜ਼ ਹੋ ਜਾਣੇ ਆ। ਅਤੇ ਇੱਕ ਇਹ ਅਸੀਂ ਪੜ੍ਹ ਲਿਆ ਕਿ ਬਹੁਤ ਸਾਰੇ ਫ੍ਰੀ ਨਿਊਕਲੀਅਰ ਬਣ ਗਏ। ਹੁਣ ਕੀ ਹੋਣਾ ਆ, ਨਿਊਕਲੀਅਰ ਡਿਵੀਜ਼ਨ ਜਿਹੜਾ ਆ ਉਹ ਹੋ ਹੀ ਜਾਣਾ ਆ। ਵਾਲ ਫਾਰਮੇਸ਼ਨ ਜਿਹੜੀ ਆ ਉਹ ਬਣਨੀ ਸ਼ੁਰੂ ਹੋਣੀ ਆ, ਵਾਲ ਫਰਮ ਪੈਰੀਫਰੀ ਟੂ ਸੈਂਟਰ। ਆ ਇੱਕ ਵਾਲ ਜਿਹੜੀ ਆ ਇਹ ਡਿਵੈਲਪ ਹੋਣਾ ਸਟਾਰਟ ਹੋਣੀ ਆ ਫਰੋਮ ਪੈਰੀਫਰੀ ਟੂਵਰਡਸ ਦਾ ਸੈਂਟਰ ਵੱਲ ਨੂੰ। ਤਾਂ ਇਹਦੇ ਨਾਲ ਕੀ ਆ, ਜਿਹੜਾ ਸੈੱਲ ਆ ਉਹ 2 ਭਾਗਾਂ 'ਚ ਵੰਡ ਹੋ ਜਾਣਾ ਆ। ਇਹਨੂੰ ਅਸੀਂ ਕਹਾਂਗੇ ਪ੍ਰੋ ਐਂਬਰੀਓ। ਠੀਕ ਹੈ। ਹੁਣ ਇਹ ਜਿਹੜਾ ਪ੍ਰੋ ਐਂਬਰੀਓ ਆ ਜਾਂ ਐਂਬਰੀਓ ਜਿਹੜਾ ਆ ਉਹ 3 ਪਾਰਟਸ ਦਾ ਬਣਿਆ ਹੁੰਦਾ ਜਾਂ 3 ਰੀਜਨਸ ਉਹਦੇ ਵਿੱਚ ਹੁੰਦੇ ਆ। ਅਪਰ ਰੀਜਨ ਹੋਸਟੋਰੀਆ, ਜਿਹੜਾ ਕੋਇਲਡ ਟਿਊਬ ਲਾਈਕ ਆ, ਇਹਨੂੰ ਅਸੀਂ ਸਸਪੈਂਸਰ ਜ਼ੋਨ ਕਹਿੰਦੇ ਆ ਅਤੇ ਥੱਲੇ ਇਹਦੇ ਐਂਬਰੀਓ ਹੁੰਦਾ ਆ। ਅਤੇ ਇਹ ਹੁਣ ਕਿਵੇਂ ਬਣਨਾ ਆ, ਵੈਕਿਊਲ ਦਾ ਸਾਈਜ਼ ਹੌਲੀ ਹੌਲੀ ਜਿਹੜਾ ਆ ਉਹ ਘਟੀ ਜਾਣਾ ਆ ਅਤੇ ਆਹ ਸੈਲੂਲਰ ਡਿਵੀਜ਼ਨ ਹੋ ਕੇ ਪੂਰਾ ਇਹ ਜਿਹੜਾ ਸਟਰਕਚਰ ਆ ਸੈਲੂਲਰ ਬਣ ਜਾਣਾ ਆ। ਠੀਕ ਹੈ। ਆਹ ਅਤੇ ਅੱਗੇ ਅਸੀਂ ਇਹਦਾ ਪੜ੍ਹਦੇ ਹਾਂ ਸਟਰਕਚਰ। ਹੁਣ ਜਿਹੜੇ ਆਹ ਕਹਿ ਲਓ ਕਿ ਇਹਦੇ ਵਿੱਚ ਵਾਲ ਫਾਰਮੇਸ਼ਨ ਅਸੀਂ ਪੜ੍ਹ ਰਹੇ ਸੀਗੇ ਕਿ ਵਾਲ ਫਾਰਮੇਸ਼ਨ ਹੁੰਦੀ ਆ ਪੈਰੀਫਰੀ ਟੂ ਸੈਂਟਰ ਐਂਡ ਦਾ ਪੈਰੀਫਰਲ ਪੋਰਸ਼ਨ ਬਿਕਮਸ ਬੇਸਲ ਪੋਰਸ਼ਨ ਅਤੇ ਸੈਲੂਲਰ ਹੋ ਗਿਆ। ਇਹ ਮੈਂ ਤੁਹਾਨੂੰ ਡਾਇਗਰਾਮ 'ਚ ਦਿਖਾਈ ਦਿੱਤਾ ਆ। ਹਰ ਸੈੱਲ ਜਿਹੜਾ ਆ ਉਹਦੇ ਕੋਲ ਆਪਣਾ ਇੱਕ ਨਿਊਕਲੀਅਸ ਬਣਦਾ ਆ, ਡਿਵੈਲਪ ਨਿਊਕਲੀਅਸ ਚਲੇ ਜਾਂਦਾ ਆ ਜਾਂ ਹਰ ਸੈੱਲ ਦੇ ਵਿੱਚ ਨਿਊਕਲੀਅਸ ਬਣਦਾ। ਜਿੱਦਾਂ ਅਸੀਂ ਹੁਣ ਆਹ ਦੇਖਿਆ ਸੀ, ਆਹ ਹੌਲੀ ਹੌਲੀ ਇੱਥੇ ਸੈਲੂਲਰ ਸਟਰਕਚਰ। ਤਾਂ ਹਰ ਸੈੱਲ ਦੇ ਵਿੱਚ ਆਪਣਾ ਆਪਣਾ ਇੱਕ ਨਿਊਕਲੀਅਸ ਹੁੰਦਾ ਆ। ਅਤੇ ਜਿਹੜੇ ਸੈੱਲ ਵਾਲਸ ਅੱਪਰ ਸੈੱਲ ਦੀ ਉਹ ਵੀਕ ਹੁੰਦੀ ਆ, ਫੇਡਡ ਹੁੰਦੀ ਆ, ਦਿਖਦੀ ਨਹੀਂ ਬਹੁਤ ਜ਼ਿਆਦਾ। ਅਤੇ ਜਿਹੜੇ ਬੇਸਲ ਸੈੱਲਸ ਦੀ ਸੈੱਲ ਵਾਲ ਆ, ਆਹ ਵਾਲੀ ਜਿਹੜੀ ਸੈੱਲ ਆ ਬੇਸਲ ਸੈੱਲਸ ਦੇ ਸੈੱਲ ਵਾਲ ਆ, ਇਹ ਫਰਮ ਮਤਲਬ ਕਹਿ ਲਓ ਥਿੱਕ ਹੁੰਦੀ ਆ, ਟੁੱਟਣ ਵਾਲੀ ਨਹੀਂ ਹੁੰਦੀ, ਪਰਮਾਨੈਂਟ ਹੁੰਦੀ ਆ। ਵੈਕਿਊਲ ਦਾ ਸਾਈਜ਼ ਜਿਹੜਾ ਹੌਲੀ ਹੌਲੀ ਘਟੀ ਜਾਣਾ ਆ। ਸੈਲੂਲਰ ਸਟੇਜ ਆਫ ਡਿਵੈਲਪਿੰਗ ਐਂਬਰੀਓ ਇਜ਼ ਕਾਲਡ ਪ੍ਰੋ ਐਂਬਰੀਓ ਔਰ ਐਂਬਰੀਓਨਲ ਮਾਸ। ਤਾਂ ਜਿਹੜਾ ਆਪਾਂ ਆਹ ਪਿੱਛੇ ਡਾਇਗਰਾਮ ਦੇਖਿਆ ਸੀਗਾ ਹੁਣੇ ਕਿ ਆ ਓਵਲ
ਆ ਵੈਕਿਊਲ ਦਾ ਸਾਈਜ਼ ਘਟੀ ਜਾਣਾ। ਆ ਸੈਲੂਲਰ ਡਿਵੀਜ਼ਨ, ਹਰ ਸੈੱਲ ਦੇ ਵਿੱਚ ਆਪਣਾ ਨਿਊਕਲੀਅਸ ਹੁੰਦਾ ਆ, ਤੇ ਇਹਨੂੰ ਅਸੀਂ ਕਹਿਣਾ ਆ ਪ੍ਰੋ ਐਂਬਰੀਓ ਜਾਂ ਐਂਬਰੀਓਨਲ ਮਾਸ। ਹੁਣ ਪ੍ਰੋ ਐਂਬਰੀਓ ਜਿਹੜਾ ਆ ਉਹ ਡਿਫਰੈਂਸ਼ੀਏਟਡ ਹੋ ਜਾਂਦਾ ਹੈ ਇਨਟੂ 3 ਰੀਜਨਸ। ਮੈਂ ਤੁਹਾਨੂੰ ਪਿੱਛੇ ਰੀਜਨਸ ਤਿੰਨ ਦਿਖਾਏ ਸੀ ਕਿ ਉੱਪਰ ਵਾਲਾ ਹੋਸਟੋਰੀਆ, ਆ ਫਿਰ ਕੋਇਲਡ ਟਿਊਬ ਜਿਹੜੀ ਹੈ ਸਸਪੈਂਸਰ, ਤੇ ਨੀਚੇ ਜਿਹੜਾ ਆ ਉਹ ਐਂਬਰੀਓ, ਐਂਬਰੀਓਨਲ ਰੀਜਨ। ਆਪਾਂ ਹੁਣੇ ਹੀ ਪਿੱਛੇ ਦੇਖ ਕੇ ਆਏ ਹਾਂ। ਹੁਣ ਇਹ ਕਿਹਾ ਜਾਂਦਾ ਆ ਕਿ ਹਰ ਓਵਿਊਲ ਜਿਹੜਾ ਸਾਈਕਸ ਦਾ ਆ ਉਹਦੇ ਵਿੱਚ ਆਰਕੇਗੋਨੀਆ ਹੁੰਦੇ ਆ। 8 ਵੀ ਹੋ ਸਕਦੇ ਆ, 2 ਵੀ ਹੋ ਸਕਦੇ ਆ, 4 ਵੀ ਹੋ ਸਕਦੇ ਆ, ਤੇ ਸਾਰੇ ਜਾਂ ਫਿਰ ਕੁਛ ਜਿਹੜੇ ਆਰਕੇਗੋਨੀਆ ਆ ਉਹ ਫਰਟੀਲਾਈਜ਼ਡ ਹੁੰਦੇ ਆ। zygote of these archegonia may develop up to this stage and push their embryonal region deep into the tissues of the endosperm। ਮਤਲਬ ਹੁਣ ਜਿੱਦਾਂ ਆਪਾਂ ਦੇਖਿਆ ਕਿ ਐਂਬਰੀਓ ਡਿਵੈਲਪ ਹੋ ਗਿਆ, ਉਹ ਸੈਲੂਲਰ ਹੁੰਦਾ ਆ, ਤੇ ਉਹਨੇ ਧੱਸਣਾ ਆ ਸੈਲਸ ਦੇ ਵਿੱਚ। ਕਿੱਥੇ, ਕਿਹੜੇ ਸੈਲਸ ਦੇ ਵਿੱਚ? ਟਿਸ਼ੂਸ ਆਫ ਦਾ ਐਂਡੋਸਪਰਮ। ਕਿਉਂਕਿ ਸਸਪੈਂਸਰ ਆ ਜਿਹੜੀ ਅਸੀਂ ਕੋਇਲਡ ਸਟਰਕਚਰ ਦੇਖੀ ਸੀ, ਇਹ ਇੰਨੀ ਕੁ ਲੰਬੀ ਹੋ ਜਾਂਦੀ ਹੈ ਕਿ ਹੁਣ ਆ ਇੱਕ ਕਹਿ ਲਓ ਕਿ ਆਰਕੇਗੋਨੀਆ ਆ, ਇਹਦੇ ਵਿੱਚ ਹੀ ਉਹਨੇ ਧੱਸਣਾ ਆ, ਤਾਂ ਐਂਡੋਸਪਰਮ ਸੈਲਸ ਦੇ ਵਿੱਚ ਇਹਦੀ ਸਸਪੈਂਸਰ ਟਿਊਬ ਨੂੰ ਉਹਨੇ ਖੁਬਾਣਾ ਆ, ਕਿਉਂਕਿ ਸਸਪੈਂਸਰ ਟਿਊਬ ਲੰਬੀ ਹੁੰਦੀ ਆ। ਸਿਰਫ ਜਿਹੜਾ ਇੱਕ ਐਂਬਰੀਓ ਆ ਉਹ ਮੈਚਿਓਰ ਹੁੰਦਾ ਆ, ਤੇ ਇੱਕ ਓਵਿਊਲ ਦੇ ਵਿੱਚ ਇੱਕ ਐਂਬਰੀਓ ਹੀ ਮੈਚਿਓਰ ਹੋਣਾ ਹੈ, ਇਹ ਯਾਦ ਰੱਖਣਾ ਤੁਸੀਂ, ਠੀਕ ਹੈ। ਇਨ ਵਨ ਓਵਿਊਲ ਓਨਲੀ ਵਨ ਐਂਬਰੀਓ ਵਿਲ ਗੈਟ ਮੈਚਿਓਰ। ਬਾਕੀ ਜਿਹੜੇ ਆ ਉਹ ਬਾਕੀ ਭਾਵੇਂ ਡਿਵੈਲਪ ਹੋਣਾ ਵੀ ਸਟਾਰਟ ਕਰ ਦਿੰਦੇ ਆ, ਪਰ ਡੀਜਨਰੇਟ ਹੋ ਜਾਂਦੇ ਆ। ਇਹ ਤੁਸੀਂ ਧਿਆਨ ਰੱਖਣਾ ਆ। ਜਿੰਨੇ ਮਰਜ਼ੀ ਬਣਨ, ਜਿੰਨੇ ਮਰਜ਼ੀ ਡਿਵੈਲਪ ਹੋਣ, ਪਰ ਇੱਕੋ ਨਹੀਂ ਮੈਚਿਓਰ ਹੋਣਾ ਆ, ਬਾਕੀਆਂ ਨੇ ਡੀਜਨਰੇਟ ਹੋ ਜਾਣਾ ਆ। ਹੁਣ ਹੋਸਟੋਰੀਅਮ, ਜਿਹੜਾ ਆਪਾਂ ਉੱਪਰ ਵਾਲਾ ਪਾਰਟ ਪੜ੍ਹਿਆ ਸੀਗਾ ਕਿ ਆਹ ਹੋਸਟੋਰੀਅਮ ਆ ਤਾਂ ਸਸਪੈਂਸਰ ਸੀਗਾ। ਹੋਸਟੋਰੀਅਮ ਜਿਹੜਾ ਆ ਉਹ ਮਾਈਕਰੋਪਾਈਲਰ ਐਂਡ ਆਫ ਐਂਡੋਸਪਰਮ ਨਾਲ ਹੀ ਕੰਟੈਕਟ 'ਚ ਰਹਿੰਦਾ ਆ। ਇਹਦਾ ਕੰਮ ਕੀ ਆ? ਟੂ ਐਬਜ਼ੌਰਬ ਫੂਡ ਮਟੀਰੀਅਲ ਫॉर ਐਂਬਰੀਓ ਫਰੋਮ ਫ੍ਰੀ ਨਿਊਕਲੀਅਰ ਟਿਸ਼ੂਜ਼, ਜਿਹੜੇ ਆਲੇ ਦੁਆਲੇ ਦੇ ਟਿਸ਼ੂ ਸੈਲਸ ਹੁੰਦੇ ਉਹਨਾਂ ਤੋਂ ਫੂਡ ਐਬਜ਼ੌਰਬ ਕਰਨਾ। ਤੇ ਐਬਜ਼ੌਰਬਡ ਫੂਡ ਮਟੀਰੀਅਲ ਜਿਹੜਾ ਆ ਉਹ ਟਰਾਂਸਲੋਕੇਟ ਹੁੰਦਾ ਰਹਿੰਦਾ ਆ। ਕਿਹਨੂੰ ਟਰਾਂਸਲੋਕੇਟ ਹੋਊਗਾ? ਟੂ ਡਿਵੈਲਪਿੰਗ ਐਂਬਰੀਓ ਥਰੂ ਆਹ ਸਸਪੈਂਸਰ, ਜਿਹੜਾ ਕੋਇਲਡ ਟਿਊਬ ਲਾਈਕ ਸਟਰਕਚਰ ਸੀਗਾ, ਥਰੂ ਸਸਪੈਂਸਰ। ਹੁਣ ਕੰਪਲੀਟ ਜਿਹੜਾ ਐਂਬਰੀਓ ਦਾ ਡਿਵੈਲਪਮੈਂਟ ਆ ਉਹਨੂੰ ਲਗਭਗ 1 ਸਾਲ ਲੱਗ ਜਾਂਦਾ। ਪੂਰਾ ਆਹ ਡਿਵੈਲਪਮੈਂਟ ਆਫ ਐਂਬਰੀਓ ਇਹਨੂੰ 1 ਸਾਲ ਲੱਗਦਾ ਆ। ਪ੍ਰੋਸੈਸ ਅਕਰਸ ਤੇ ਵਾਈਲ ਦਾ ਸੀਡ ਇਜ਼ ਅਟੈਚ ਟੂ ਦਾ ਪਲਾਂਟ ਔਰ ਫਾਲਸ ਟੂ ਦਾ ਗਰਾਊਂਡ। ਮਤਲਬ ਇਹ ਉਦੋਂ ਤੱਕ ਡਿਵੈਲਪਮੈਂਟ 1 ਸਾਲ 'ਚ ਚੱਲਦਾ ਰਹਿੰਦਾ ਆ ਜਦੋਂ ਤੱਕ ਸੀਡ ਫੋਰਮੇਸ਼ਨ ਨਹੀਂ ਹੋ ਜਾਂਦਾ। ਇਹਦੇ ਵਿੱਚ ਸੀਡ ਬਣ ਜਾਣਾ ਆ ਇਹਦੇ ਤੋਂ ਹੀ, ਤੇ ਜਦੋਂ ਸੀਡ ਬਣ ਗਿਆ, ਸੀਡ ਜਿਹੜਾ ਆ ਕਈ ਵਾਰ ਅਟੈਚਡ ਵੀ ਰਹਿ ਜਾਂਦਾ ਆ ਪਲਾਂਟ ਦੇ ਨਾਲ, ਕਈ ਵਾਰ ਉਹ ਝੜ ਕੇ ਟੁੱਟ ਕੇ ਥੱਲੇ ਗਰਾਊਂਡ 'ਚ ਗਿਰ ਜਾਂਦਾ ਆ। ਹੁਣ ਜਿਹੜਾ ਮੈਚਿਓਰ ਐਂਬਰੀਓ ਆ ਉਹ ਲੰਬਾ ਹੁੰਦਾ ਰਹਿੰਦਾ ਆ। ਇਟਸ ਗਰੋਥ ਇਜ਼ ਸੁਪਰੈਸਡ ਐਟ ਦਾ ਸੈਂਟਰ ਆਫ ਅਪੈਕਸ ਵਾਈਲ ਮਾਰਜਿਨ ਜਿਹੜੀਆਂ ਉਹਦੀਆਂ ਗਰੋ ਹੁੰਦੀਆਂ ਰਹਿੰਦੀਆਂ, ਤੇ 2 ਕੋਟੀਲੇਡਨਸ ਫਾਰਮ ਹੋ ਜਾਂਦੇ ਆ, ਠੀਕ ਹੈ। ਆਹ ਦੇਖੋ ਡਾਇਗਰਾਮ ਦੇ ਵਿੱਚ ਦਿਖਾਇਆ ਹੀ ਆ ਸਾਰਾ ਕਿ ਆਹ ਸਸਪੈਂਸਰ, ਫਿਰ ਆਹ ਐਂਬਰੀਓ ਜਿਹੜਾ ਆ ਗਰੋ ਕਰਦਾ ਰਹਿੰਦਾ ਆ ਅੰਦਰ ਟਿਸ਼ੂਜ਼ ਦੇ ਵਿੱਚ, ਤੇ ਇਹਦੇ ਤੋਂ ਕੀ ਬਣਦੇ ਆ? 2 ਕੋਟੀਲੇਡਨਸ। ਹੁਣ ਕੋਟੀਲੇਡਨਸ ਬਣ ਗਏ। ਜਿਹੜਾ ਪਲਿਊਮੂਲ ਆ ਉਹ ਡਿਫਰੈਂਸ਼ੀਏਟ ਹੋ ਜਾਂਦਾ ਆ ਇਨ ਸੈਂਟਰਲ ਡਿਪਰੈਸ਼ਨ ਬਿਟਵੀਨ 2 ਕੋਟੀਲੇਡਨਸ। ਪਲਿਊਮੂਲ ਜਿਹੜਾ ਆ ਉਹ ਚੈਲੇਜਲ ਵੱਲ ਨੂੰ ਫੇਸ ਕਰਦਾ ਆ, ਤੇ ਰੈਡੀਕਲ ਜਿਹੜਾ ਆ ਉਹ ਡਿਫਰੈਂਸ਼ੀਏਟਡ ਹੋ ਜਾਂਦਾ ਇਨ ਐਂਬਰੀਓ ਫਰੋਮ ਬੇਸਲ ਪਾਰਟ ਆਫ ਹਾਈਪੋਕੋਟਾਈਲ। ਇਹ ਇਨਕਲੋਜ਼ਡ ਰਹਿੰਦਾ ਆ, ਕਵਰਡ ਰਹਿੰਦਾ ਵਿਦ ਹਾਰਡ ਕਵਰਿੰਗ ਕਾਲਡ ਕੋਲੀਓਰਾਈਜ਼ਾ, developed from suspensor and partly from micropylar end of the ovule।
ਰੈਡੀਕਲ ਉੱਪਰ ਬਣਨਾ ਆ, ਚੈਲੇਜਲ ਵੱਲ ਨੂੰ ਪਲੀਮੋਲ ਬਣਨਾ ਆ, ਠੀਕ ਹੈ। ਫਿਰ ਮੈਚਿਓਰ ਐਂਬਰੀਓ ਸਾਈਕਸ ਦਾ ਜਿਹੜਾ ਆ ਉਹ ਸਟ੍ਰੇਟ ਹੁੰਦਾ ਆ, ਅਪਰਾਈਟ ਇਨਸਾਈਡ ਦਾ ਸੀਡ। ਓਵਿਊਲ ਜਿਹੜਾ ਆ ਉਹ ਕਨਵਰਟ ਹੋ ਜਾਂਦਾ ਆ ਸੀਡ ਦੇ ਵਿੱਚ। ਤਾਂ ਮਤਲਬ ਜਦੋਂ ਐਂਬਰੀਓ ਡਿਵੈਲਪ ਹੋ ਜਾਣਾ ਆ ਤਾਂ ਜਿਹੜਾ ਕਹਿ ਲਓ ਕਿ ਓਵਿਊਲ ਆ ਉਸ ਵੇਲੇ ਆਪਾਂ ਉਹਨੂੰ ਸੀਡ ਕਵਾਂਗੇ ਜਾਂ ਕਨਵਰਟ ਹੋ ਜਾਂਦਾ ਇਨਟੂ ਸੀਡ। ਇਹਦੇ ਵਿੱਚ ਹਾਈਪੋਕੋਟਾਈਲ ਸ਼ਾਰਟ ਹੁੰਦਾ ਆ, ਐਕਸਿਸ ਆਫ ਐਂਬਰੀਓ ਦੇ ਵਿੱਚ ਪਲੀਮੋਲ ਹੁੰਦਾ ਆ ਔਨ ਵਨ ਐਂਡ, ਰੈਡੀਕਲ ਔਨ ਦਾ ਅਦਰ ਐਂਡ। ਚੈਲੇਜਾ ਵੱਲ ਨੂੰ ਪਲੀਮੋਲ ਹੋਏਗਾ, ਉੱਪਰ ਮਾਈਕਰੋਪਾਈਲ ਵੱਲ ਨੂੰ ਰੈਡੀਕਲ ਹੋਏਗਾ। ਰੈਡੀਕਲ ਜਿਹੜਾ ਉਹ ਢਕਿਆ ਹੁੰਦਾ ਵਿਦ ਕੋਲੀਓਰਾਈਜ਼ਾ, ਲੀਫ ਲਾਈਕ ਜਿਹਾ ਸਟਰਕਚਰ ਹੁੰਦਾ ਆ ਜਿਹਨੂੰ ਕੋਲੀਓਰਾਈਜ਼ਾ ਕਹਿੰਦੇ ਆ। ਐਂਬਰੀਓ ਸਾਈਕਸ ਸਰਸਿਨੈਲਿਸ ਦਾ ਇਹਦੇ ਵਿੱਚ 2 ਤੋਂ 3 ਕੋਟੀਲੇਡਨਸ ਹੋ ਸਕਦੇ ਆ, ਤਿੰਨੋਂ ਜਿਹੜੇ ਆ ਅਨਈਕੁਅਲ ਸਾਈਜ਼ ਦੇ ਹੁੰਦੇ ਆ। ਕੁਝ ਸਪੀਸ਼ੀਜ਼ ਦੇ ਵਿੱਚ 2 ਕੋਟੀਲੇਡਨਸ ਹੁੰਦੇ ਆ ਔਰ ਕਿਸੇ ਦੇ ਵਿੱਚ ਸਿਰਫ 1 ਵੀ ਹੋ ਸਕਦਾ ਆ। ਡਾਈਕੋਟੀਲੇਡਨਸ ਜਿਹੜਾ ਜ਼ਿਆਦਾ ਹੁੰਦੇ ਆ ਇਹ। ਤਾਂ ਆ ਅਸੀਂ ਡਾਇਗਰਾਮ ਦੇਖ ਹੀ ਲਿਆ ਆ ਕੋਟੀਲੇਡਨਸ। ਇਹ ਹੈ ਬੇਟਾ ਐਂਬਰੀਓ ਹੀ ਆ, ਠੀਕ ਹੈ। ਐਂਬਰੀਓ ਨੇ ਹੀ ਮੈਚਿਓਰ ਹੋ ਕੇ ਸੀਡ ਫਾਰਮ ਕਰਨਾ ਆ ਅਤੇ ਉਸ ਵੇਲੇ ਜਾਂ ਅਸੀਂ ਦੂਸਰੀ ਭਾਸ਼ਾ 'ਚ ਕਹਿ ਦਈਏ ਕਿ ਪੂਰਾ ਓਵਿਊਲ ਹੀ ਕਨਵਰਟ ਹੋ ਗਿਆ ਇਨਟੂ ਸੀਡ। ਤਾਂ ਉੱਪਰ ਆਹ ਰੈਡੀਕਲ, ਥੱਲੇ ਆਹ ਪਲੀਮੋਲ, ਚੈਲੇਜਲ ਐਂਡ ਵੱਲ ਨੂੰ ਪਲੀਮੋਲ ਬਣਨਾ ਆ। ਕੋਟੀਲੇਡਨਸ ਬਣ ਗਏ, ਸੀਡ ਬਣ ਗਿਆ ਕੋਟੀਲੇਡਨਸ ਜਦੋਂ ਬਣ ਗਏ। ਫੋਰਮੇਸ਼ਨ ਐਂਡ ਸਟਰਕਚਰ ਆਫ ਸੀਡ। ਸਾਈਕਸ ਦੇ ਵਿੱਚ ਮੈਗਾਸਪੋਰ ਜਾਂ ਐਂਬਰੀਓ ਸੈਕ ਸੈੱਲ ਇਹ ਕਦੇ ਵੀ ਮੈਗਾਸਪੋਰੈਂਜੀਅਮ ਜਾਂ ਓਬਿਊਲ ਤੋਂ ਰਿਲੀਜ਼ ਨਹੀਂ ਹੁੰਦੇ। ਇਹ ਫੀਮੇਲ ਗੈਮੀਟੋਫਾਈਟ ਦੇ ਅੰਦਰ ਹੀ ਡਿਵੈਲਪ ਹੁੰਦੇ ਆ, ਠੀਕ ਹੈ। ਉੱਥੇ ਆਰਕੇਗੋਨੀਆ ਐਗ ਜਿਹੜੇ ਫਰਟੀਲਾਈਜ਼ਡ ਹੁੰਦੇ ਆ, ਐਂਬਰੀਓ ਡਿਵੈਲਪ ਇਨਸਾਈਡ ਦਾ ਓਵਿਊਲ, ਤਾਂ ਕਰਕੇ ਓਵਿਊਲ ਇਜ਼ ਫਾਈਨਲੀ ਕਨਵਰਟਡ ਟੂ ਸੀਡ। ਜਦ ਸਾਰਾ ਡਿਵਲਪਮੈਂਟ ਅੰਦਰ ਹੁੰਦਾ ਆ ਤਾਂ ਉਸ ਵੇਲੇ ਓਵਿਊਲ ਜਿਹੜਾ ਆ ਉਹ ਕਨਵਰਟ ਹੋ ਜਾਂਦਾ ਆ ਸੀਡ ਦੇ ਵਿੱਚ, ਕਿਉਂਕਿ ਜਿਮਨੋਸਪਰਮ ਹੀ ਪਹਿਲੇ ਪਲਾਂਟ ਸੀ ਜਿਨ੍ਹਾਂ ਦੇ ਵਿੱਚ ਸੀਡਸ ਡਿਵੈਲਪ ਹੋਇਆ, ਉਹ ਛੋਟਿਆਂ 'ਚ ਤਾਂ ਹੋਇਆ ਹੀ ਨਹੀਂ। ਕੁਝ ਚੇਂਜਸ ਹੁੰਦੀਆਂ ਆ ਜਦੋਂ ਓਵਿਊਲ ਜਿਹੜਾ ਕਨਵਰਟ ਹੁੰਦਾ ਟੂ ਸੀਡ। ਸਭ ਤੋਂ ਪਹਿਲਾਂ ਕੀ ਚੇਂਜ ਆ, ਆਊਟਰ ਫਲੈਸ਼ੀ ਲੇਅਰ ਜਿਹਨੂੰ ਅਸੀਂ ਸਾਰਕੋਟੈਸਟਾ ਇਨਟੈਗੂਮੈਂਟ ਜਿਹੜੀ ਓਵਿਊਲ ਦੀ ਸੀਗੀ ਉਹ ਫਲੈਸ਼ੀ ਰਹਿੰਦੀ ਆ। ਉਹਦਾ ਕਲਰ ਜਿਹੜਾ ਚੇਂਜ ਹੋ ਜਾਂਦਾ ਫਰੋਮ ਗ੍ਰੀਨ ਟੂ ਰੈਡ ਔਰ ਔਰੇਂਜ। ਉਹਨੂੰ ਅਸੀਂ ਉਸ ਵੇਲੇ ਜਦੋਂ ਕਲਰ ਚੇਂਜ ਹੋ ਗਿਆ, ਫਲੈਸ਼ੀ ਹੋ ਗਈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਟੈਸਟਾ ਆਫ ਸੀਡ। ਟੈਸਟਾ ਦੇ ਵਿੱਚ ਸਵੀਟ ਟੇਸਟ ਹੁੰਦਾ ਟੈਸਟਾ ਦਾ, ਅਤੇ ਸਮੈਲ ਉਹਦੀ ਬੜੀ ਅੱਛੀ ਹੁੰਦੀ ਆ ਜਿਹੜੀ ਬਰਡਸ ਨੂੰ, ਐਨੀਮਲਸ ਨੂੰ ਅਟਰੈਕਟ ਕਰਦੀ ਆ, ਅਤੇ ਇਟ ਹੈਲਪਸ ਇਨ ਸੀਡ ਡਿਸਪਰਸਲ। ਜਿਹੜੀ ਮਿਡਲ ਸਟੋਨੀ ਲੇਅਰ ਹੁੰਦੀ ਆ ਸਕਲੈਰੋਟੈਸਟਾ, ਉਹ ਲਾਈਟ ਯੈਲੋ ਇਨ ਕਲਰ ਦੀ। ਇਟ ਬਿਕਮਸ ਹਾਰਡ, ਫਾਰਮਸ ਦਾ ਇਨਰ ਲੇਅਰ ਆਫ ਸੀਡ ਟੈਸਟਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਆਹ ਸਾਰਾ ਡਿਵਲਪਮੈਂਟ ਆਪਾਂ ਡਾਇਗਰਾਮ ਤਾਂ ਆਪਾਂ ਦੇਖ ਹੀ ਲਿਆ ਸੀਗਾ। ਫਿਰ ਜਿਹੜੀ ਇਨਰ ਫਲੈਸ਼ੀ ਲੇਅਰ ਹੁੰਦੀ ਹੈ ਜਿਹਨੂੰ ਆਪਾਂ ਸਾਰਕੋਟੈਸਟਾ ਕਹਿੰਦੇ ਹਾਂ, ਇਹ ਸਾਰਕੋਟੈਸਟਾ ਜਿਹੜੀ ਆ ਇਹ ਪਾਰਸ਼ੀਅਲੀ ਐਬਜ਼ੋਰਬਡ ਹੋ ਜਾਂਦੀ ਆ ਬਾਈ ਡਿਵਲਪਿੰਗ ਫੀਮੇਲ ਗੈਮੀਟੋਫਾਈਟ। ਇਹ ਪਤਲੀ ਜਿਹੀ ਪੇਪਰੀ ਲੇਅਰ ਬਣ ਜਾਂਦੀ ਆ ਅਤੇ ਕਲੋਸਲੀ ਜਿਹੜੀ ਅਪਲਾਈਡ ਟੂ ਦਾ ਐਂਬਰੀਓਸੈਕ ਨੇੜੇ ਹੀ ਹੁੰਦੀ ਹੈ ਜਿਹੜੀ ਐਂਬਰੀਓਸੈਕ ਦੇ ਅੰਦਰਲੀ ਸਾਈਡ। ਹੁਣ ਮਾਈਕਰੋਪਾਈਲ ਜਿਹੜਾ ਆ ਰਿਮੇਨਸ ਇਨ ਦਾ ਫਾਰਮ ਆਫ ਸਮਾਲ ਅਪਰਚਰ ਓਪਨਿੰਗ ਐਟ ਦਾ ਟੋਪ ਆਫ ਸੀਡ। ਨਿਊਸੈਲਸ ਜਿਹੜਾ ਆ ਉਹ ਕੰਪਲੀਟਲੀ ਐਬਜ਼ੋਰਬਡ ਹੋ ਜਾਂਦਾ ਆ ਅਤੇ ਯੂਜ਼ਡ ਅਪ ਇਨ ਦਾ ਨਰਿਸ਼ਮੈਂਟ ਆਫ ਐਂਬਰੀਓ। ਇਹ ਆਪਾਂ ਨੂੰ ਪਤਾ ਹੀ ਆ। ਸਮਟਾਈਮਸ ਇਟ ਇਜ਼ ਇਨਸਾਈਡ ਦਾ ਟੈਸਟਾ ਇਨ ਦਾ ਫਾਰਮ ਆਫ ਸ਼ਿਵਲਡ ਕੈਪ, ਮਤਲਬ ਇੱਕ ਟੁੱਟੀ ਇੱਕ ਕਵਰਿੰਗ ਜਿਹੀ ਕੈਪ ਜਿਹੀ ਵਾਂਗ ਭਾਵੇਂ ਪ੍ਰੈਜੈਂਟ ਹੋਏ, ਅਦਰਵਾਈਜ਼ ਡੀਜਨਰੇਟ ਹੋ ਜਾਂਦਾ ਹੈ। ਐਂਡੋਸਪਰਮ ਜਾਂ ਫੀਮੇਲ ਗੈਮੀਟੋਫਾਈਟ ਜਿਹੜਾ ਉਹ ਰਿਮੇਨਸ ਇਨ ਦਾ ਫਾਰਮ ਆਫ ਅ ਫਲੈਸ਼ੀ ਔਰ
ਮੀਲੀ ਲੇਅਰ ਸਰਾਊਂਡਿੰਗ ਦਾ ਐਮਬਰੀਓ, ਇਹ ਫਲੈਸ਼ੀ ਲੇਅਰ ਵਾਂਗ ਪ੍ਰੈਜ਼ੈਂਟ ਹੁੰਦਾ, ਐਮਬਰੀਓ ਨੂੰ ਢੱਕ ਕੇ ਰੱਖਦਾ ਆ। ਸੈਂਟਰ ਆਫ ਸੀਡ ਗੈਟਸ ਆਕੂਪਾਈਡ ਬਾਈ ਲਾਰਜ ਇਲੋਂਗੇਟਡ ਐਮਬਰੀਓ, ਸੀਡ ਦੇ ਸੈਂਟਰ ਦੇ ਵਿੱਚ ਐਮਬਰੀਓ ਹੁੰਦਾ ਆ। ਮੈਚਿਓਰ ਐਮਬਰੀਓ ਸਾਈਕਸ ਦਾ ਸਟ੍ਰੇਟ ਹੁੰਦਾ ਆ, ਅਟੈਚ ਟੂ ਲੌਂਗ ਕੋਇਲਡ ਸਸਪੈਂਸਰ। ਪਿੱਛੇ ਅਸੀਂ ਉਹ ਟਿਊਬਾਂ ਜਿਹੀਆਂ ਦੇਖੀਆਂ ਹੀ ਸੀਗੀਆਂ ਹੈ ਨਾ, ਆਹ ਸਸਪੈਂਸਰ ਥੱਲੇ ਐਮਬਰੀਓ ਸੀਗਾ। ਅਤੇ ਇਹਦੇ ਵਿੱਚ ਸ਼ਾਰਟ ਐਕਸੈਸ ਹੁੰਦੀ ਹੈ ਜਿਹਨੂੰ ਹਾਈਪੋਕੋਟਾਈਲ ਕਹਿੰਦੇ ਆ, ਲੀਫ ਲਾਈਕ ਜਿਹਾ ਉੱਪਰ ਸਟਰਕਚਰ ਤੁਸੀਂ ਦੇਖ ਲਿਓ। ਵਨ ਜਿਹੜਾ ਐਂਡ ਆਫ ਐਕਸਿਸ ਟਰਮੀਨੇਟਸ ਇਨਟੂ ਰੈਡੀਕਲ ਅਤੇ ਅਦਰ ਐਂਡ ਇਨਟੂ ਦਾ ਪਲੀਮੋਲ। ਆਹ ਆਪਾਂ ਇੱਦਾਂ ਦੇਖਿਆ ਸੀ ਡਾਇਗਰਾਮ, ਆਹ ਜਿਹੜਾ ਇੱਦਾਂ ਦਾ ਬਣਿਆ ਸੀਗਾ, ਇੱਥੇ ਰੈਡੀਕਲ ਔਰ ਪਲੀਮੋਲ ਹੋ ਗਏ, ਡਾਇਗਰਾਮ 'ਚ ਦੇਖ ਲਿਓ ਬੇਟਾ। ਅਤੇ ਇਹਦਾ ਜਿਹੜਾ ਰੈਡੀਕਲ ਆ ਉਹ ਕਵਰਡ ਬਾਈ ਕੋਲੀਓਰਾਈਜ਼ਾ, ਇਹ ਆਪਾਂ ਦੇਖ ਚੁੱਕੇ ਹਾਂ। ਐਮਬਰੀਓ ਹੈਜ਼ 2 to 3 ਕੋਟੀਲੇਡਨਸ ਹੋ ਸਕਦੇ ਆ, ਵੀ ਆਪਾਂ ਦੇਖ ਲਿਆ। ਮੈਚਿਓਰ ਸੀਡ ਸਾਈਕਸ ਦਾ ਲਾਰਜ ਗਲੋਬਸ ਓਵੋਇਡ, ਸਾਈਜ਼ ਇਹਦਾ ਦੇਖ ਲਿਓ 2.5 to 5 centimeter ਵਾਈਡ, ਕਰੀਮੀ ਔਰੇਂਜ ਕਲਰ, ਅਤੇ 3 ਜਨਰੇਸ਼ਨਸ ਇਹ 'ਚ ਹੁੰਦੀਆਂ ਆ। Testa nucellus represents sporophytic parental generation. Endosperm of female gamete represents second generation, that is gametophytic generation. The embryo represents first generation, that is next sporophytic generation. Diploid haploid हो ਤੁਸੀਂ ਦੇਖ ਲੈਣਾ ਹੈ। सीड बन गया, ਹੁਣ ਜਰਮੀਨੇਸ਼ਨ ਆਫ ਸੀਡ ਹੋ ਗਈ। ਸੀਡ ਆਫ ਸਾਈਕਸ ਜਰਮੀਨੇਟ ਐਸ ਫੇਵਰੇਬਲ ਕੰਡੀਸ਼ਨਸ ਅਰਾਈਜ਼ ਕਰਦੀਆਂ ਆ। ਨੋ ਪੀਰੀਅਡ ਆਫ ਰੈਸਟ। ਸਟੱਡੀਜ਼ ਆਫ ਡੀ ਸਿਲਵਾ ਤਾਂਬੀਆ ਸੀ ਰਮਫਾਈ ਦੇ ਵਿੱਚ ਸ਼ੋ ਕਰਦੀਆਂ ਆ ਕਿ ਇਹ ਅੰਡਰਗੋ ਕਰਦੇ ਆ ਰੈਸਟ ਪੀਰੀਅਡ, ਜਰਮੀਨੇਟ ਆਫਟਰ ਲੌਂਗ ਟਾਈਮ, ਈਵਨ ਆਫਟਰ ਐਮਬਰੀਓ ਇਜ਼ ਫੁੱਲੀ ਫਾਰਮਡ। ਕਿਸੇ ਇੱਕ 'ਚ ਇੱਦਾਂ ਦੀ ਕੰਡੀਸ਼ਨ ਹੁੰਦੀ ਆ। ਸੀਡ ਜਰਮੀਨੇਸ਼ਨ ਹਾਈਪੋਜੀਅਲ ਹੁੰਦੀ ਆ। ਹੁਣ ਇਹ ਇੰਪੋਰਟੈਂਟ ਆ, ਹਾਈਪੋਜੀਅਲ ਦਾ ਮਤਲਬ ਕੀ ਹੁੰਦਾ ਆ। ਫਸਟ ਆਫ ਆਲ ਦਾ ਸੀਡਸ ਇੰਬਾਈਬ ਵਾਟਰ, ਪਾਣੀ ਸੋਕਦੇ ਆ, ਸਵੈਲ ਕਰ ਜਾਂਦੇ ਆ, ਸੀਡ ਕੋਟ ਜਿਹੜਾ ਆ ਉਹ ਰਪਚਰ ਹੋ ਜਾਂਦਾ ਆ, ਠੀਕ ਹੈ। ਅਤੇ ਜਿਹੜਾ ਸੀਡ ਕੋਟ ਰਪਚਰ ਹੋਣ ਨਾਲ ਰੈਡੀਕਲ ਬਾਹਰ ਆ ਜਾਂਦਾ ਆ। ਥਰੂ ਦਾ ਕੋਲੀਓਰਾਈਜ਼ਾ ਇਟ ਗਰੋਜ਼ ਡਾਊਨਵਰਡਸ ਐਂਡ ਗੈਟ ਇਸਟੈਬਲਿਸ਼ਡ ਇਨਟੂ ਟੈਪ ਰੂਟਸ। ਤਾਂ ਰੈਡੀਕਲ ਤੋਂ ਕੀ ਨਿਕਲਦੇ ਆ ਥੱਲੇ ਨੂੰ, ਟੈਪ ਰੂਟ। ਕੋਟੀਲੇਟਨ ਜਿਹੜਾ ਆ ਉਹ ਐਂਡੋਸਪਰਮ ਦੇ ਵਿੱਚ ਧਸਿਆ ਹੀ ਹੁੰਦਾ ਆ, ਫੂਡ ਮਟੀਰੀਅਲ ਐਬਜ਼ੌਰਬ ਕਰਦਾ ਆ। ਪਲਿਊਮੋਲ ਬਾਹਰ ਨਿਕਲਦਾ ਆ, ਸਟ੍ਰੇਟ ਹੋ ਜਾਂਦਾ ਆ। ਕੋਲੀਓਰਾਈਜ਼ਾ ਸੁੱਕ ਜਾਂਦਾ ਆ, ਪੇਪਰੀ ਜਿਹਾ ਹੋ ਜਾਂਦਾ ਆ। ਕੋਟੀਲੇਡਨਸ ਕੰਟੀਨਿਊਸਲੀ ਫੂਡ ਐਬਜ਼ੌਰਬ ਕਰਦੇ ਰਹਿੰਦੇ ਆ, ਨਿਊਟਰੀਐਂਟਸ ਪਾਸ ਕਰ ਦਿੰਦੇ ਆ ਟੂ ਯੰਗ ਸੀਡਲਿੰਗ। First or few leaves are scale leaves, then first foliage leaf with few leaflets form ਹੋ ਜਾਂਦੇ ਆ। ਸਰਸੀਨੇਟ ਵਿਨੇਸ਼ਨ ਸ਼ੋ ਕਰਦੇ ਆ। stem portion subterranean makes its appearance only after several years। ਮਤਲਬ ਆਪਾਂ ਦੇਖਿਆ ਸੀ ਨਾ, ਸਟੈਮ ਨਿਕਲਦੀ ਆ, ਫਿਰ ਹੌਲੀ ਹੌਲੀ ਇੰਨੀ ਕੁ ਵੱਧਦੀ ਆ, ਕਰਾਊਨ ਆਫ ਲੀਫ, ਫਿਰ ਆਹ ਸਾਰਾ ਸਾਈਕਸ ਜਿਹੜਾ ਆ ਕੁਛ ਸਾਲਾਂ ਦੇ ਵਿੱਚ ਇਹ ਵਾਲਾ ਸਟਰਕਚਰ ਡੈਵਲਪ ਹੋ ਜਾਂਦਾ ਆ ਸੀਡ ਤੋਂ। ਆ ਫਿਰ ਬਣ ਗਿਆ ਅੱਗੇ ਆ, ਠੀਕ ਹੈ। ਦੈਨ ਆ ਲਾਈਫ ਸਾਈਕਲ ਅਸੀਂ ਜਿੰਨਾ ਵੀ ਪਿੱਛੇ ਕੁਛ ਪੜ੍ਹਿਆ ਆ, ਸਾਈਕਸ, ਠੀਕ ਹੈ। ਦੈਨ ਸਾਈਕਸ ਤੋਂ ਆਪਾਂ ਪੜ੍ਹਿਆ ਸੀਗਾ ਇੱਥੋਂ ਮੇਲ ਔਰ ਫੀਮੇਲ ਪਲਾਂਟ, ਮਾਈਕਰੋਸਪੋਰੋਫਿਲ, ਮੈਗਾਸਪੋਰੋਫਿਲ, ਮਾਈਕਰੋਸਪੋਰ, ਮੈਗਾਸਪੋਰ, ਓਵਿਊਲ ਬਣ ਗਿਆ। ਫਿਰ ਆ ਪੋਲਨ ਟਿਊਬ ਵਗੈਰਾ, ਫੀਮੇਲ ਗੈਮੀਟੋਫਾਈਟ, ਮੇਲ ਗੈਮੀਟੋਫਾਈਟ, ਐਂਥੀਰੋਜ਼ੋਇਡਸ, ਫਿਊਜ਼ਨ, ਫਰਟੀਲਾਈਜੇਸ਼ਨ, ਆ ਜ਼ਾਈਗੋਟ ਬਣ ਗਿਆ। ਜ਼ਾਈਗੋਟ ਤੋਂ ਫਿਰ ਆਹ ਐਮਬਰੀਓ ਬਣ ਗਿਆ ਸੈਲੂਲਰ, ਆ ਬਣ ਗਿਆ। ਫਿਰ ਸੀਡ ਬਣ ਗਿਆ, ਪੂਰਾ ਓਵਿਊਲ ਜਿਹੜਾ ਸੀਡ 'ਚ ਕਨਵਰਟ ਹੋ ਗਿਆ। ਆ ਸੀਡ ਦਾ ਫਿਰ ਜਰਮੀਨੇਸ਼ਨ ਹੋ ਗਿਆ, ਜਰਮੀਨੇਸ਼ਨ ਤੋਂ ਨਵਾਂ ਆਹ ਵਾਲਾ ਸਾਈਕਸ ਫਿਰ ਬਣ ਗਿਆ। ਬਹੁਤ ਈਜ਼ੀ ਆ,
पढ़ लियो, नहीं समझ आया दोबारा पूछ लियो। टिल देन गुड बाय बेटा।